ठीक। सीएम साहब इधर जी। चेयर वालों नव नियुक्त होए पंजाब विधान सभा के डिप्टी स्पीकर सरदार जय किशन सिंह जी रौड़ी साहब नूं बहुत बहुत बधाई दी जाती है। और नाल ही ये भी कहा जाता है कि हुण विधान सभा ठैणू नूं मिस करिया करेगी। बहुत बहुत बधाई। ते पहला सारिਆਂ ਤੋਂ फिर ਤੁਹਾਡੇ ਕੋਲ ਸ਼ੁਕਰੀਆ, ਤੁਸੀਂ ਬਾਅਦ ਚ ਕਰਦੇ ਰਹੋ। ਪਹਿਲਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਵਧਾਈ ਦੇ ਦੇਣਗੇ। ਰੌੜੀ ਸਾਹਿਬ ਦੂਜੀ ਵਾਰ ਇਸ ਸਦਨ ਦੇ ਮੈਂਬਰ ਚੁਣ ਕੇ ਆਏ ਨੇ ਔਰ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ। ਸੋ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਰੌੜੀ ਸਾਹਿਬ ਨੂੰ ਵਧਾਈ ਦੇਣਗੇ। बहुत बहुत धन्यवाद मानयोग स्पीकर साहब। विधान सभा पंजाब दे विच जो संविधान मुताबक जो मर्यादा मुताबक फैसले हुंदे ने उस अधीन हलका गढ़शंकर तो दूजी बार MLA बने हुए ते आम लोगों दे विच विचरते हुए मानयोग डिप्टी स्पीकर साहब जय किशन नूं बधाई दिना। शायद उन्होंने परिवार भी अज गैलरी च आया होया, मैं उन्होंने परिवार नूं भी बधाई दिना। एक विआहां शादियां च फोटोग्राफर के तौर पर काम शुरू किया। अज भी उन्होंने स्टूडियो है, फोटोग्राफर ते वीडियो वगैरह उत्थे बनाई जांदियां ने। सो मैनू उम्मीद है कि हुण फोटोग्राफर दियां खुद फोटोआं छपिया करनगियां और वीडियो बनाने वाले दी खुद वीडियो आया करेगी, ताकि विधान सभा नूं प्रॉपर चलाइए। और मैं उम्मीद करदा कि जय किशन रोड़ी साहब अज तुसीं साडे तो दूजे बेंचां ते बह गए ते तुहाडे नाल बाजवा साहब नाल तुहाडे प्रगट सिंह, सो तुसीं ਚੱਬੇਵਾਲ साहब सारे दुआबे हल्के दे मन्ने परमन्ने लोग हो। ते तुसीं मैनूं उम्मीद है कि तुसीं बिना किसी पक्षपात तो उस कुर्सी ते बैठ के जिन्हां ने उन्होंने साडे मानयोग MLA साहिबान जिन्होंने चुन के भेजा। मैं जदों डिप्टी स्पीकर साहब चुने गए सीगे लोक सभा च, मैं उदों ये गल कही सी कि मैनूं उम्मीद है कि जदों मैनूं टाइम मिलिया करूगा तुहाडा हथ घंटी बजाउण वास्ते थोड़ा जिहा लेट जाया करूगा, प्रॉपर टाइम मिल जाया करूगा। सो सब नूं तुसीं प्रॉपर टाइम दिओ, लोकतंत्र की खूबसूरती नूं कायम रखो, तुहाडा नाम इतिहास दे विच लिखिया जाऊगा। सो मैं बहुत बहुत जय किशन रोड़ी जी नूं बहुत बहुत मुबारकबाद देना जी। बहुत धन्यवाद मुख्यमंत्री साहब। डॉक्टर राजकुमार ਚੱਬੇਵਾਲ जी ਜਿਹੜੇ कि डिप्टी लीडर ने CLP ਦੇ, ਉਹ ਵਧਾਈ ਦਾ ਮਤਲਬ ਪੇਸ਼ ਕਰ। ਵਧਾਈ। सरदार जय किशन रौड़ी जी साडे नौजवान साथी ने और मैनू ये बहुत माण है कि मेरे बिल्कुल गुआंढ वाले हलके तो दूसरी बार मेरे नाल ही विधान सभा दे विच पहुंचे ने। बहुत ही मेहनती ने। जिस तरह CM साहब ने दस्या
ਕਿ ਇਹਨਾਂ ਦਾ ਜੀਵਨ ਜਿਹੜਾ ਹੈ ਬਹੁਤ ਸਾਦਾ ਹੈ, ਮਿਹਨਤੀ ਨੇ ਔਰ ਆਪਣੇ ਹਲਕੇ ਵਿੱਚ ਲੋਕਾਂ ਦੇ ਬਹੁਤ ਹਰਮਨ ਪਿਆਰੇ ਨੇਤਾ ਨੇ। ਔਰ ਬਤੌਰ ਵਿਰੋਧੀ ਧਿਰ ਵਜੋਂ ਸਾਡੀ ਪਿਛਲੀ ਸਰਕਾਰ ਦੇ ਵਿੱਚ ਇਹਨਾਂ ਨੇ ਬਹੁਤ ਮਹੱਤਵਪੂਰਨ ਮੁੱਦਿਆਂ ਨੂੰ ਛੂਹਿਆ ਔਰ ਇੱਕ ਬੜੀ ਕੰਸਟਰਕਟਿਵ ਆਪੋਜੀਸ਼ਨ ਦੀ ਅੱਛੀ ਭੂਮਿਕਾ ਨਿਭਾਈ। ਔਰ ਸਪੀਕਰ ਸਾਹਿਬ, ਜਿੱਥੇ ਮੈਂ ਰੌੜੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ, ਉੱਥੇ ਹੀ ਸਪੀਕਰ ਸਾਹਿਬ ਮੈਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ। ਤੁਸੀਂ ਵੀ ਬਹੁਤ ਹੀ ਅੱਛੀ ਉਸਾਰੂ ਭੂਮਿਕਾ ਨਿਭਾ ਰਹੇ ਹੋ, ਲੋਕ ਤੁਹਾਨੂੰ ਪੰਜਾਬ ਦੇ ਪਸੰਦ ਕਰ ਰਹੇ ਨੇ। ਔਰ ਮੈਂ ਇੱਕ ਬੇਨਤੀ ਜ਼ਰੂਰ ਛੋਟੀ ਜਿਹੀ ਕਰਨੀ ਚਾਹੁੰਦਾ ਕਿ ਡਿਪਟੀ ਸਪੀਕਰ ਕਈ ਵਾਰ ਸਾਡੇ ਮੋਸਟ ਆਫ ਦਾ ਟਾਈਮ ਇੱਥੇ ਇਸੇ ਚੇਅਰ ਤੇ ਬੈਠੇ ਰਹਿੰਦੇ ਨੇ, ਇਹਨਾਂ ਨੂੰ ਮੌਕਾ ਜ਼ਰੂਰ ਉਸ ਚੇਅਰ ਤੇ ਵੀ ਬੈਠਣ ਦਾ ਦੇਣਾ ਹੈ ਤਾਂ ਕਿ ਇਹਨਾਂ ਦੇ ਵੀ ਜਿਹੜੇ ਸੁਪਨੇ ਨੇ ਉਹ ਇੱਕ ਵਧੀਆ ਭੂਮਿਕਾ, ਵਧੀਆ ਇੱਕ ਲੀਡਰ ਦੇ ਤੌਰ ਤੇ ਨਿਖਰ ਕੇ ਬਾਹਰ ਆਣ। ਔਰ ਸੀਐਮ ਸਾਹਿਬ, ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹੁੰਦਾ ਸਪੀਕਰ ਸਾਹਿਬ ਰਾਹੀਂ ਕਿ ਜਿਹੜਾ ਸਾਥੀ ਸਾਡਾ ਇਸ ਚੇਅਰ ਤੇ ਬੈਠਦਾ ਹੈ, ਉਹਦਾ ਇੱਕ ਸੁਪਨਾ ਵੀ ਹੁੰਦਾ ਵੀ ਉਹਨੂੰ ਇੱਕ ਕੈਬਨਿਟ ਮੰਤਰੀ ਵੀ ਬਣਾਇਆ ਜਾਵੇ, ਤੇ ਥੋੜੀ ਦੇਰ ਬਾਅਦ ਇਹਨਾਂ ਨੂੰ ਉਧਰ ਕੈਬਨਿਟ ਮੰਤਰੀ ਵੀ ਜ਼ਰੂਰ ਇੱਕ ਵਾਰੀ ਇਸ ਲਾਈਨ ਦੇ ਵਿੱਚ ਵੀ ਜ਼ਰੂਰ ਇਹਨਾਂ ਨੂੰ ਲਿਆਂਦਾ ਜਾਵੇ। ਮੈਂ ਬਹੁਤ ਬਹੁਤ ਬੇਨਤੀ ਕਰਦਾ, ਧੰਨਵਾਦ ਕਰਦਾ ਤੇ ਬਹੁਤ ਸਰ ਮੁਬਾਰਕਬਾਦ ਦਿੰਦਾ ਕਿ ਰੌੜੀ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਔਰ ਜਿਸ ਕੁਰਸੀ ਤੇ ਉਹਨਾਂ ਨੂੰ ਤੁਸੀਂ ਬਿਠਾਇਆ ਹੈ ਉਸ ਕੁਰਸੀ ਦੇ ਲਈ ਨਿਆਂ ਕਰਨ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਸਿਆਣੇ ਬੰਦਿਆਂ ਦੀ ਗੁਆਂਢੀਆਂ ਨਾਲ ਬਣਦੀ ਹੁੰਦੀ ਹੈ, ਡਾਕਟਰ ਸਾਹਿਬ ਨਾਲ ਬਣਦੀ ਲੱਗਦੀ ਹੈ। ਡਾਕਟਰ ਸਾਹਿਬ, ਡਾਕਟਰ ਸੁੱਖੀ ਜੀ। ਧੰਨਵਾਦ ਸਪੀਕਰ ਸਾਹਿਬ। ਸਰਦਾਰ ਜੈਕਿਸ਼ਨ ਸਿੰਘ ਰੋੜੀ ਜੀ, ਜਿਨ੍ਹਾਂ ਨੂੰ ਸਾਰੇ ਹਾਊਸ ਨੇ ਸਰਬਸੰਮਤੀ ਦੇ ਨਾਲ ਡਿਪਟੀ ਸਪੀਕਰ ਦੇ ਅਹੁਦੇ ਤੇ ਬਿਰਾਜਮਾਨ ਕੀਤਾ। ਇਹ ਮੇਰੇ ਬਿਲਕੁਲ ਨਾਲ ਦੇ ਹਲਕੇ ਤੋਂ ਆਉਂਦੇ ਆ ਔਰ ਅਕਸਰ ਅਸੀਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਆ। ਮੈਂ ਆਪਣੇ ਵੱਲੋਂ ਔਰ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਮੈਂ ਇਹ ਸੋਚਦਾ ਸੀ ਜਦੋਂ ਇਹਨਾਂ ਨੂੰ ਡਿਪਟੀ ਸਪੀਕਰ ਬਣਾਇਆ ਗਿਆ, ਅੱਜ ਬਹੁਤ ਲੋਕ ਪੰਜਾਬ ਦੇ ਇਹ ਮਹਿਸੂਸ ਕਰਨਗੇ ਜਾਂ ਕੋਸ਼ਿਸ਼ ਕਰਨਗੇ ਕਿ ਜੇਕਰ ਸਰਦਾਰ ਜੈਕਿਸ਼ਨ ਸਿੰਘ ਰੋੜੀ ਸਾਹਿਬ ਇਸ ਅਹੁਦੇ ਤੇ ਪਹੁੰਚ ਸਕਦੇ ਆ, ਕਿਉਂਕਿ ਇਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ, ਬੜੀ ਲਗਨ ਦੇ ਨਾਲ ਆਪਣੇ ਹਲਕੇ ਦੀ ਸੇਵਾ ਕੀਤੀ। ਔਰ ਪਿਛਲੀ ਵਾਰੀ ਵੀ ਜਦੋਂ ਕਿਉਂਕਿ ਅਸੀਂ ਪਹਿਲੀ ਵਾਰੀ ਇਹ ਮੇਰੇ ਨਾਲ ਅਸੀਂ ਇਕੱਠੇ ਪਿਛਲੀ ਵਾਰੀ ਜਿੱਤ ਕੇ ਆਏ ਸੀ, ਔਰ ਜਿਸ ਤਰ੍ਹਾਂ ਦਾ ਇਹਨਾਂ ਦਾ ਬਿਹੇਵੀਅਰ ਸੀ, ਜਿਸ ਤਰ੍ਹਾਂ ਇਹ ਪੰਜਾਬ ਦੇ ਮੁੱਦੇ ਉਠਾਉਂਦੇ ਸੀ, ਮੈਂ ਸਮਝਦਾ ਕਿ ਉਹਨਾਂ ਤੋਂ ਸੇਧ ਲੈ ਕੇ, ਉਹਨਾਂ ਤੋਂ ਹੌਸਲਾ ਲੈ ਕੇ ਹੋਰ ਵੀ ਲੋਕ ਰਾਜਨੀਤੀ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ। ਔਰ ਸਭ ਤੋਂ ਵੱਡੀ ਗੱਲ ਕਿ ਜਿਸ ਸਮਾਜ ਤੋਂ ਔਰ ਜਿਸ ਲੈਵਲ ਤੋਂ ਉੱਠ ਕੇ ਇੱਥੇ ਆਏ ਆ, ਉਹ ਵੀ ਇੱਕ ਸੁਨੇਹਾ ਜਾਏਗਾ ਲੋਕਾਂ ਨੂੰ ਕਿ ਪੋਲਿਟਿਕਸ ਦੇ ਵਿੱਚ ਜ਼ਰੂਰੀ ਨਹੀਂ ਸਾਡੇ ਕੋਲ ਪੈਸਾ ਹੋਵੇ, ਸਿਰਫ ਤੇ ਸਿਰਫ ਲਗਨ ਤੇ ਇਮਾਨਦਾਰੀ ਤੇ ਮਿਹਨਤ ਦੀ ਲੋੜ ਆ, ਜਿਹੜੀ ਸਰਦਾਰ ਜੈਕਿਸ਼ਨ ਸਿੰਘ ਰੋੜੀ ਸਾਹਿਬ ਕੋਲ ਹੈ। ਔਰ ਮੈਂ ਉਮੀਦ ਨਹੀਂ ਕਰਦਾ, ਮੈਂ ਇਹ ਵਿਸ਼ਵਾਸ ਰੱਖਦਾ ਕਿ ਇਹ ਆਪਣੇ ਅਹੁਦੇ ਦੇ ਨਾਲ 100% ਤੋਂ ਵੀ ਜ਼ਿਆਦਾ ਇਹ ਉਹਨਾਂ ਇਨਸਾਫ ਕਰਨਗੇ ਔਰ ਸਾਨੂੰ ਸਾਰਿਆਂ ਨੂੰ ਸਮਾਂ ਦੇਣਗੇ ਸਾਡੀ ਗੱਲ ਰੱਖਣ ਲਈ। ਉਹ ਸਦਾ ਹੀ ਸਾਨੂੰ ਥੱਪ ਪਾ ਦੇਣਗੇ। ਸੋ ਇਹਨਾਂ ਨੂੰ ਇੱਕ ਵਾਰ ਫਿਰ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈ। ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਜੀ। ਧੰਨਵਾਦ ਸਪੀਕਰ ਸਾਹਿਬ। ਰੂੜੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਸੀਐਮ ਸਾਹਿਬ ਨੇ ਜਿਸ ਤਰੀਕੇ ਨਾਲ ਉਹਨਾਂ ਦੇ ਜੀਵਨ ਦੀ ਥੋੜੇ ਜਿਹੇ ਪਹਿਲੂ ਦੇ ਉੱਤੇ ਚਰਚਾ ਕੀਤੀ, ਬੜਾ ਆਨੰਦ ਆਉਂਦਾ ਹੈ ਕਿ ਜਦੋਂ ਜਿਹੜੇ ਵਿਅਕਤੀ ਆਪਣੇ ਸੰਘਰਸ਼ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਜਿਨ੍ਹਾਂ ਦੇ ਮਗਰ ਕੋਈ ਖਾਨਦਾਨੀ ਨਾਂ ਨਹੀਂ ਹੁੰਦੇ, ਔਰ ਇਸ ਜਗ੍ਹਾ ਤੇ ਆਪਣੀ ਮਿਹਨਤ ਨਾਲ ਪੁੱਜਦੇ ਨੇ, ਇਹਦੇ ਲਈ ਤੁਹਾਨੂੰ ਬਹੁਤ ਬਹੁਤ, ਤੁਹਾਡੇ ਪਰਿਵਾਰ ਦਾ ਵੀ ਸੰਘਰਸ਼ ਰਿਹਾ ਹੋਏਗਾ, ਕਿਉਂਕਿ ਇੱਕ ਵਿਅਕਤੀ ਨੂੰ ਬਣਾਉਣ ਦੇ ਅੰਦਰ ਲੱਗਦਾ ਹੈਗਾ ਕਿ ਉਹ ਕਰ ਰਿਹਾ। ਪੂਰਾ ਪਰਿਵਾਰ, ਪੂਰਾ ਖਾਨਦਾਨ ਔਰ ਤੁਹਾਡੇ ਸ਼ੁਭ ਚਿੰਤਕਾਂ ਨੇ ਦੀ ਮਿਹਨਤ ਦਾ ਫਲ ਹੈ। ਜਿੱਥੇ ਤੁਹਾਡੀ ਮਿਹਨਤ ਦਾ ਫਲ ਹੈ, ਮੈਂ ਤੁਹਾਨੂੰ ਜਿੱਥੇ ਸ਼ੁਭਕਾਮਨਾਵਾਂ ਦਿੰਦਾ। ਮੈਂ ਸਪੀਕਰ ਸਾਹਿਬ ਤਾਂ ਸਾਡੇ ਮੁਸਕਰਾਉਂਦੇ ਰਹਿੰਦੇ ਨੇ, ਇਹਨਾਂ ਨੂੰ ਵੀ ਇੱਕ ਜੋਟੀਦਾਰ ਮਿਲ ਗਿਆ, ਹੱਸ ਹੱਸ ਕੇ ਬੜਾ ਕੁਝ ਸਪੀਕਰ ਸਾਹਿਬ ਕਹਿੰਦੇ ਨੇ,
ਔਰ ਬੜੇ ਵਧੀਆ ਜਿਹੇ ਮਾਹੌਲ ਦੇ ਨਾਲ ਅੱਜ ਜਿਸ ਪ੍ਰਕਾਰ ਦੀ ਚਰਚਾ ਹੋਈ ਹੈ, ਮਜ਼ਾ ਆ ਗਿਆ। ਬਸ ਬਾਕੀ ਹੈ ਕਿ ਗੱਲ ਤੇ ਕਰਨ ਦੇ ਅੰਦਰ ਹੀ ਮਜ਼ਾ ਆਉਂਦਾ ਨਾ ਜੀ, ਆਨੰਦ ਆ ਗਿਆ ਜੀ। ਔਰ ਤੁਸੀਂ ਇਸੇ ਤਰੀਕੇ ਨਾਲ ਤੁਹਾਡਾ ਜੋਟੀਦਾਰ ਵੀ ਮਿਲ ਗਿਆ, ਲੇਕਿਨ ਇਹ ਉਧਰੋਂ ਦੀ ਇੱਧਰ ਆ ਕੇ ਬੈਠੇ ਨੇ ਰੋੜੀ ਸਾਹਿਬ, ਉਧਰੋਂ ਦੀ ਇੱਧਰ ਆ ਕੇ ਬੈਠੇ ਹੋ। ਇਸ ਕਰਕੇ ਹੁਣ ਉਧਰ ਦਾ ਮੋਹ ਛੱਡ ਕੇ ਨਾ ਇੱਧਰ ਵਾਲੇ ਦਾ ਮੋਹ ਪਾਲੋਗੇ ਔਰ ਸਾਡੇ ਹੱਕਾਂ ਦੀ ਰਾਖੀ ਕਰੋਗੇ। ਇਹ ਉਮੀਦ ਨਾਲ ਇੱਕ ਵਾਰੀ ਫਿਰ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਡਾਕਟਰ ਨਛੱਤਰਪਾਲ ਜੀ। ਮਾਨਯੋਗ ਸਪੀਕਰ ਸਾਹਿਬ, ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਸਾਰੇ ਸਦਨ ਦਾ, ਜਿਨ੍ਹਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਮੇਰੇ ਨਾਲ ਲੱਗਦੇ ਹਲਕੇ ਦੇ MLA ਸਰਦਾਰ ਜੈ ਕਿਸ਼ਨ ਰੌੜੀ ਸਾਹਿਬ ਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਡਿਪਟੀ ਸਪੀਕਰ ਬਣਾਇਆ। ਔਰ ਮੈਂ ਮਾਨਯੋਗ ਰੌੜੀ ਸਾਹਿਬ ਦੀਆਂ ਡਿਬੇਟਾਂ, ਉਹਨਾਂ ਦੁਆਰਾ ਹਾਊਸ ਦੇ ਅੰਦਰ ਚੱਕੀਆਂ ਗਈਆਂ ਗੱਲਾਂ ਔਰ ਇੰਨੇ ਗੁਣੀ ਔਰ ਵਿਦਵਾਨ ਇਨਸਾਨ ਨੂੰ ਇਹ ਮੌਕਾ ਦਿੱਤਾ, ਮੈਨੂੰ ਯਾਦ ਆਇਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਅਸੀਂ ਪੰਜਾਬ ਦੇ ਅੰਦਰ ਬਾਬਾ ਸਾਹਿਬ ਦੇ ਸੁਪਨਿਆਂ ਦਾ ਔਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ। ਔਰ ਬਾਬਾ ਸਾਹਿਬ ਦਾ ਇਹ ਸੁਪਨਾ ਸੀ ਕਿ ਜਿਹੜੇ ਲੋਕਾਂ ਨੂੰ ਯੋਗ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਜੀ ਨੂੰ ਚੁਣਿਆ। ਮੈਂ ਸਾਰੇ ਪਰਿਵਾਰ ਨੂੰ ਹੀ ਵਧਾਈ ਦਿੰਦਾ, ਕਿਉਂਕਿ ਉਹਨਾਂ ਦੀ ਵੀ ਬਹੁਤ ਵੱਡੀ ਪਿੱਛੇ ਦੇਣ ਹੁੰਦੀ ਆ। ਕਿਉਂਕਿ ਆਪਦੇ ਜਦੋਂ ਹਲਕੇ ਦੇ ਵਿੱਚ ਕੋਈ MLA ਵਿਚਰਦਾ, ਜੇ ਪਰਿਵਾਰ ਵਾਲੇ ਸਾਥ ਦੇਣਗੇ ਉਹ ਤਾਂਹੀਓ ਚੰਗੀਆਂ ਪੈੜਾਂ ਪਾ ਸਕਦਾ। ਮੈਂ ਫੇਰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ, ਜਿਨ੍ਹਾਂ ਦੀ ਦੂਰਦੇਸ਼ੀ ਸੋਚ ਦੇ ਨਾਲ ਸਾਡੇ ਮਾਨਯੋਗ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਜੀ ਨੂੰ ਚੁਣਿਆ ਗਿਆ। ਧੰਨਵਾਦ ਜੀ। ਸਰਦਾਰ ਪ੍ਰਗਟ ਸਿੰਘ ਜੀ। ਸਪੀਕਰ ਸਾਹਿਬ, ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਧੰਨਵਾਦ ਵੀ ਕਰਦਾ, ਕਿਉਂਕਿ ਚੰਗੀ ਡਿਬੇਟ ਜਿਹੜੀ ਹੈ ਉਹ ਚੰਗੇ ਕਿਰਦਾਰ ਚੋਂ ਨਿਕਲਦੀ ਹੈ ਔਰ ਕਈ ਵਾਰੀ ਚੰਗੇ ਡਿਬੇਟ ਕਰਨ ਵਾਲੇ ਵੀ ਉਸ ਕਿਰਦਾਰ ਦੇ ਨਾਲ ਮੈਚ ਨਹੀਂ ਕਰਦੇ। ਇਹ ਸਾਡੇ ਜੈ ਕਿਸ਼ਨ ਰੋੜੀ ਜੀ ਚੰਗੇ ਡਿਬੇਟਰ ਵੀ ਆ, ਲੇਕਿਨ ਇਹਨਾਂ ਦਾ ਕਰੈਕਟਰ ਵੀ ਉਹਦੇ ਨਾਲ ਮੈਚ ਕਰਦਾ। ਉਹਦੇ ਲਈ ਮੈਂ ਮੁਬਾਰਕਬਾਦ ਦਿੰਦਾ। CM ਸਾਹਿਬ, ਤੁਸੀਂ ਹਾਊਸ ਦੇ ਵਿੱਚ ਹੈ ਨਹੀਂ ਸੀਗੇ ਤੇ ਮੈਂ ਸਪੀਕਰ ਸਾਹਿਬ ਨੂੰ ਇੱਕ ਬੇਨਤੀ ਕੀਤੀ ਸੀ। ਮੈਂ ਕਿਹਾ ਜੀ ਇੱਕ ਪਾਸੇ ਦੇਖਣ ਨਾਲ ਨਾ ਕਈ ਵਾਰੀ ਸਪੌਂਡਲਾਈਟਸ ਹੋ ਜਾਂਦਾ, ਵੀ ਦੋਨੇ ਹੀ ਪਾਸੇ ਦੇਖ ਲਿਆ ਕਰੋ। ਤੇ ਅੱਜ ਇਹਨਾਂ ਨੇ ਬਹੁਤ ਵਧੀਆ, ਸੱਚੀ ਗੱਲ ਹੈ, ਪਹਿਲੇ ਦਿਨ 1 ਘੰਟਾ ਇਹਨਾਂ ਨੇ 0 ਆਵਰ ਦਿੱਤਾ, ਜਿਹਦੇ ਵਿੱਚ ਜਿਨ੍ਹਾਂ ਦੀਆਂ ਮੈਨੂੰ ਲੱਗਦਾ ਸਾਰੀਆਂ ਹੀ ਗੱਲਾਂ ਹੋ ਗਈਆਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਸਾਰੇ ਜਣੇ, ਮੇਰੀ ਸਪੀਕਰ ਸਾਹਿਬ ਇੰਨੀ ਕੀ ਬੇਨਤੀ ਹੈਗੀ ਆ ਕਿ ਇਹਨਾਂ ਨੂੰ ਵੀ ਚਾਂਸ ਤਾਂ ਆਪਾਂ ਸਾਰਿਆਂ ਨੂੰ ਚਲੋ ਦੇਣਾ ਹੀ ਆ। ਤੁਸੀਂ ਬਹੁਤ ਸੁਲਝੇ ਹੋਏ ਹੋ, ਕਿਉਂਕਿ ਵੱਡੀਆਂ ਸਿਟਿੰਗਸ ਰੱਖੀਏ, ਕਿਉਂਕਿ ਸਾਡੇ ਸਾਰੇ ਜਿੰਨੇ ਸਾਥੀ ਆ ਇਹਨਾਂ ਨੇ ਲੀਡਰ ਬਣਨਾ, ਇਹਨਾਂ ਨੇ ਹਲਕੇ ਦੀਆਂ ਗੱਲਾਂ ਕਰਨੀਆਂ। ਇਹਨਾਂ ਨੂੰ 20-20, 25-25 ਮਿੰਟ ਜਦੋਂ ਤੁਸੀਂ ਅੱਧਾ ਘੰਟਾ ਦੇ ਦੋਗੇ ਨਾ, ਮੈਨੂੰ ਲੱਗਦਾ ਇੱਥੇ ਰੌਲਾ ਹੀ ਪਾਉਣੋਂ ਹਟ ਜਾਣਾ। ਇੱਥੇ ਕੋਈ ਗੱਲ ਹੀ ਨਹੀਂ ਹੋਇਆ ਕਰਨੀ, ਕਿਉਂਕਿ 20-25 ਮਿੰਟ ਅੱਧਾ ਘੰਟਾ ਬੋਲਣ ਲਈ ਕਿਸੇ ਕੋਲ ਬਹੁਤਾ ਟੌਪਿਕ ਨਹੀਂ ਹੁੰਦਾ। ਸੋ ਮੈਨੂੰ ਲੱਗਦਾ ਕਿ ਆਪਾਂ ਇਸ ਰੀਤ ਨੂੰ ਵੀ ਜਿਹੜਾ ਅੱਗੇ ਤੋਰੀਏ। ਔਰ ਇਸ ਮੌਕੇ ਤੇ ਮੈਂ ਜੈ ਕਿਸ਼ਨ ਰੋੜੀ ਜੀ ਨੂੰ ਔਰ ਇਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਇਹਨਾਂ ਦਾ ਕਿਰਦਾਰ ਤੇ ਇਹਨਾਂ ਦੀ ਡਿਬੇਟ ਜਿਹੜੀ ਆ ਉਹ ਇਕੱਠੇ ਹੀ ਸਮਾਜ ਦੇ ਵਿੱਚ ਅੱਗੇ ਵਧਣਗੇ। ਥੈਂਕ ਯੂ। ਡਾਕਟਰ ਸੁਖਵਿੰਦਰ ਸਿੰਘ ਕੋਟਲੀ। ਕੋਟਲੀ ਜੀ। ਹਾਂਜੀ। ਸਤਿਕਾਰਯੋਗ ਸਪੀਕਰ ਸਾਹਿਬ, ਮੈਂ ਮਾਨਯੋਗ ਸ਼੍ਰੀ ਜੈ ਕਿਸ਼ਨ ਰੋੜੀ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣ ਵਾਸਤੇ ਖੜਾ ਹੋਇਆ ਕਿ ਇੱਕ ਚੰਗੇ ਨੇਕ ਇਨਸਾਨ ਗਰੀਬੀ ਚੋਂ ਉੱਠ ਕੇ ਸੰਘਰਸ਼ਮਈ ਜੀਵਨ ਬਤੀਤ ਕਰਕੇ ਅੱਜ ਉਹ ਇਸ ਸਦਨ ਦੇ ਅੰਦਰ ਪਹੁੰਚੇ ਆ। ਔਰ ਮੈਂ ਨਵਾਂ ਚੁਣ ਕੇ ਆਇਆ, ਭਾਵੇਂ ਮੈਂ ਬਹੁਤ ਲੰਬੇ ਸਮੇਂ ਤੋਂ ਇਸ ਗੈਲਰੀਆਂ ਦੇ ਅੰਦਰ ਬੈਠ ਕੇ ਮੈਨੂੰ ਇਸ ਸਦਨ ਦੇ ਅੰਦਰ ਬਹੁਤ ਕੁਝ ਸਿੱਖਣ ਸਮਝਣ ਦਾ ਮੌਕਾ ਮਿਲਿਆ। ਮੈਂ ਜਿੱਥੇ ਇਹਨਾਂ ਨੂੰ ਬਹੁਤ-ਬਹੁਤ
ਮੁਬਾਰਕਬਾਦ ਦਿੰਦਾ ਹੈ ਕਿ ਉਹ ਸਦਨ ਦੀ ਕਾਰਵਾਈ ਨੂੰ ਅੱਛੇ ਤਰੀਕੇ ਦੇ ਨਾਲ ਚਲਾਉਣਗੇ। ਉਹਦੇ ਨਾਲ ਨਾਲ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਦੋਂ ਮੈਂ ਇੱਥੇ ਆ ਕੇ ਬਹੁਤ ਕੁਝ ਦੇਖਦਾ ਹੁੰਦਾ ਸੀ ਤਾਂ ਹਮੇਸ਼ਾ ਰਾਮ ਰੌਲੇ ਦੇ ਅੰਦਰ ਔਰ ਜਿੰਦਾਬਾਦ ਮੁਰਦਾਬਾਦ ਦੇ ਅੰਦਰ ਹੀ ਗੱਲ ਜਿਹੜੀ ਹੈ ਉਹ ਸਿਮਟ ਕੇ ਰਹਿ ਜਾਂਦੀ ਸੀ। ਇਸ ਗੱਲ ਲਈ ਤੁਸੀਂ ਵਧਾਈ ਦੇ ਪਾਤਰ ਹੋ ਕਿ ਇੱਕ ਵਾਰ ਵੀ ਸਦਨ ਦੇ ਅੰਦਰ ਕੋਈ ਅਜਿਹੀ ਜਿਹੜੀ ਗੱਲ ਹੈ ਉਹ ਨਹੀਂ ਹੋਈ। ਪਰ ਤੁਹਾਡਾ ਦਿਲ ਵੀ ਬਹੁਤ ਵੱਡਾ ਹੈ, ਤੁਸੀਂ ਸਾਡੇ ਗਰੀਬਾਂ ਦੇ ਦੁੱਖ ਦਰਦ ਨੂੰ ਵੀ ਸਮਝਦੇ ਆ। ਮੈਂ ਪਿਛਲੇ ਦਿਨੀ ਐਕਸੀਡੈਂਟ ਹੋਇਆ, ਮੈਨੂੰ ਨਿੱਜੀ ਤੌਰ ਤੇ ਸਵੇਰ ਦੇ 6 ਵਜੇ ਤੁਸੀਂ ਜਲੰਧਰ ਦੇ ਹਸਪਤਾਲ 'ਚ ਵੀ ਮਿਲਣ ਗਏ, ਮੈਂ ਉਹਦੇ ਲਈ ਵੀ ਤੁਹਾਡਾ ਸ਼ੁਕਰੀਆ ਅਦਾ ਕਰਦਾ ਔਰ ਸੀਐਮ ਸਾਹਿਬ ਦਾ, ਐਫਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਸਪੀਕਰ ਸਾਹਿਬ ਬੋਲਣ ਦਾ ਮੌਕਾ ਦਿੱਤਾ। ਮੈਂ ਆਸ ਕਰਦਾ ਰੋੜੀ ਸਾਹਿਬ ਤੋਂ ਔਰ ਤੁਹਾਡੇ ਤੋਂ ਕਿ ਇਸ ਹਾਊਸ ਦੀ ਮਰਿਆਦਾ ਜਿਹੜੀ ਹੈ ਉਹ ਇੱਕ ਦੁਨੀਆ ਦੇਖੇਗੀ, ਇੱਕ ਮਿਸਾਲ ਪੈਦਾ ਹੋਏਗੀ। ਤੁਹਾਡਾ ਬਹੁਤ-ਬਹੁਤ ਥੈਂਕ ਯੂ ਸਰ। ਹੁਣ ਰੋੜੀ ਸਾਹਿਬ ਧੰਨਵਾਦ ਕਰਨਗੇ। ਧੰਨਵਾਦ ਸਪੀਕਰ ਸਾਹਿਬ। ਮੈਂ ਅੱਜ ਸਭ ਤੋਂ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਜੀ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇਸ ਵਿਧਾਨ ਸਭਾ ਦੇ ਵਿੱਚ ਮੈਂਬਰ ਵੱਲੋਂ ਪਹਿਲਾਂ ਚੁਣ ਹੋਇਆ, ਅੱਜ ਉਹਨਾਂ ਦੀ ਹੀ ਬਦੌਲਤ ਜਿਹੜਾ ਮੈਨੂੰ ਡਿਪਟੀ ਸਪੀਕਰ ਦਾ ਜਿਹੜਾ ਅੱਜ ਮਾਣ ਬਖਸ਼ਿਆ। ਔਰ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਪ੍ਰਣਾਮ ਕਰਦਾ, ਸਜਦਾ ਕਰਦਾ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ। ਸਪੀਕਰ ਸਾਹਿਬ ਮੇਰੇ ਲਈ ਇਹ ਬਹੁਤ ਹੀ ਸਨਮਾਨ ਦਾ ਪਲ ਹੈ। ਇਸ ਸਦਨ ਨੇ ਮੈਨੂੰ ਸਰਬਸੰਮਤੀ ਦੇ ਨਾਲ ਡਿਪਟੀ ਸਪੀਕਰ ਵਜੋਂ ਚੁਣਿਆ ਹੈ। ਸਪੀਕਰ ਸਾਹਿਬ, ਇਸ ਚੋਣ ਵਾਸਤੇ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਪੀਕਰ ਸਾਹਿਬ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਮੇਰੇ ਕੋਲ ਉਹ ਸ਼ਬਦ ਨਹੀਂ ਹਨ ਜਿਨ੍ਹਾਂ ਰਾਹੀਂ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ। ਸਪੀਕਰ ਸਾਹਿਬ, ਪੰਜਾਬ ਦਾ ਇੱਕ ਬਹੁਤ ਹੀ ਵੱਡਾ ਗੌਰਵਮਈ ਇਤਿਹਾਸ ਹੈ। ਇਸ ਦੀ ਸ਼ਾਨਦਾਰ ਲੋਕਤੰਤਰੀ ਕਦਰਾਂ ਕੀਮਤਾਂ ਰਹੀਆਂ ਹਨ। ਇੱਥੋਂ ਦੇ ਜੰਮਪਲ ਇਸ ਹਿੰਦੁਸਤਾਨ ਦੀ ਸਿਰਮੌਰ ਲੋਕਤੰਤਰੀ ਅਹੁਦਿਆਂ ਤੇ ਬਿਰਾਜਮਾਨ ਹੋਏ ਹਨ ਔਰ ਇਸ ਡਿਪਟੀ ਸਪੀਕਰ ਦੀ ਕੁਰਸੀ ਤੇ ਵੀ ਵੱਡੇ ਵੱਡੇ ਪਾਰਲੀਮੈਂਟਰੀਅਨ ਰਹੇ ਹਨ। ਇੱਕ ਮਿੰਟ, ਜੇਕਰ ਸਦਨ ਦੀ ਸਹਿਮਤੀ ਹੋਵੇ, ਮਾਨਯੋਗ ਡਿਪਟੀ ਸਪੀਕਰ ਦੀ ਸਪੀਚ ਖਤਮ ਹੋਣ ਤੱਕ ਸਦਨ ਦੀ ਇਸ ਬੈਠਕ ਦਾ ਸਮਾਂ ਵਧਾ ਲਿਆ ਜਾਵੇ। ਜੀ ਕੰਟੀਨਿਊ ਕਰੋ ਜੀ। ਜਿਨ੍ਹਾਂ ਨੇ ਆਪਣੇ ਤਜਰਬੇ ਨਾਲ, ਆਪਣੀ ਸ਼ਖਸੀਅਤ ਨਾਲ ਇਸ ਪਵਿੱਤਰ ਹਾਊਸ ਦਾ ਨਾਂ ਰੋਸ਼ਨ ਕੀਤਾ ਹੈ।